ਬੱਚਿਓ ਅੱਜ ਦੇ ਇਸ ਐਮਏ ਸੈਕੰਡ ਸਮੈਸਟਰ ਦੇ ਸੀਪੀਓ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਪਾਰਟਿਸਿਪੇਟਰੀ ਡੈਮੋਕ੍ਰੇਸੀ ਵਾਲਾ ਜਾਂ ਪਾਰਟਿਸਿਪੇਸ਼ਨ ਵਾਲਾ ਜਿਹੜਾ ਚੈਪਟਰ ਹੈ ਉਹ ਖਤਮ ਕਰ ਲਿਆ ਸੀ। ਠੀਕ ਹੈ, ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਕੱਲ ਇਹ ਵੀ ਜਿਹੜਾ ਹੈ ਦੱਸਿਆ ਸੀ ਜਾਂ ਇੱਕ ਗੁਜ਼ਾਰਿਸ਼ ਕੀਤੀ ਸੀ ਕਿ ਜਿਹੜੇ ਉਹਦੇ ਨਾਲ ਪੇਪਰਾਂ 'ਚ ਕੁਐਸਚਨ ਆਏ ਹੋਏ ਹੈ ਉਹ ਅਸੀਂ ਜਦੋਂ ਇਸ ਪੇਪਰ ਦੀ ਰਿਵੀਜ਼ਨ ਕਰਨੀ ਹੈ ਉਸ ਵੇਲੇ ਉਹਨੂੰ ਡਿਸਕਸ ਅਸੀਂ ਜਿਹੜਾ ਹੈਗਾ ਕਰਾਂਗੇ। ਸੋ ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਲੱਗੇ ਹਾਂ ਯੂਨਿਟ 4 ਦਾ। ਉਹਦਾ ਨਾਮ ਹੈ ਰਾਜਨੀਤਿਕ ਦਲ। ਠੀਕ ਹੈ ਜੀ, ਇਹਦੇ ਵਿੱਚ ਅਸੀਂ ਕੰਪੈਰੀਟਿਵ ਐਨਾਲਿਸਿਸ ਕਰਨਾ ਹੈਗਾ ਜਿਹੜੀਆਂ ਐਡਵਾਂਸ ਇੰਡਸਟਰੀਅਲ ਸੋਸਾਇਟੀ ਹੈ ਉਹਦੇ ਵਿੱਚ ਜਿਹੜਾ ਪਾਰਟੀ ਸਿਸਟਮ ਹੈ ਜਾਂ ਪਾਰਟੀ ਵਿਵਸਥਾ ਜਿਹੜੀ ਹੈ ਉਹ ਕਿਸ ਤਰ੍ਹਾਂ ਹੈ। ਠੀਕ ਹੈ, ਇਹਦੇ ਲਈ ਪਹਿਲੇ ਦੋ ਤਿੰਨ ਚੀਜ਼ਾਂ ਦਾ ਗਿਆਨ ਹੋਣਾ ਤੁਹਾਨੂੰ ਜ਼ਰੂਰੀ ਹੈ ਜਾਂ ਦੋ ਤਿੰਨ ਚੀਜ਼ਾਂ ਤੁਹਾਨੂੰ ਜਿਹੜੀਆਂ ਹੈ ਉਹ ਪਤਾ ਹੋਣੀਆਂ ਚਾਹੀਦੀਆਂ। ਪਹਿਲੀ ਗੱਲ ਪੋਲੀਟੀਕਲ ਪਾਰਟੀ ਦੀ ਹੁੰਦੀ ਹੈ। ਵਾਟ ਇਜ਼ a political party। ठीक है, बेसिक चीज़ा ਜਿਹੜੀਆਂ ਨੇ ਇਸ ਚੈਪਟਰ ਨੂੰ ਸਮਝਣ ਤੋਂ ਪਹਿਲਾਂ ਮੈਂ ਤੁਹਾਨੂੰ ਬੇਸਿਕ ਚੀਜ਼ਾਂ ਦੱਸਾਂਗਾ, ਫਿਰ ਅੱਗੇ ਜਿਹੜਾ ਹੈ ਕੁਐਸਚਨ ਵਾਈਜ਼ ਜਿਹੜਾ ਹੈ ਅਸੀਂ ਇਸ ਚੈਪਟਰ ਨੂੰ ਜਿਹੜਾ ਹੈ ਕਰਾਂਗੇ। ਠੀਕ ਹੈ, ਦੂਸਰੀ ਗੱਲ ਵਾਟ ਇਜ਼ ਪਾਰਟੀ ਸਿਸਟਮ। ਦਲੀਏ ਵਿਵਸਥਾ ਕੀ ਹੁੰਦੀ ਹੈ, ਇਹਨੂੰ ਪੰਜਾਬੀ ਚ ਆਪਾਂ ਕਹਿੰਦੇ ਹਾਂ ਦਲੀਏ ਵਿਵਸਥਾ, ਇਹਨੂੰ ਕਹਿੰਦੇ ਰਾਜਨੀਤੀ। ठीक है, ये दो चीज़ां ਜਿਹੜੀਆਂ ਤੁਹਾਨੂੰ ਜ਼ਰੂਰ ਜਿਹੜਾ ਹੈ ਬੇਸਿਕਲੀ ਪਤਾ ਹੋਣੀਆਂ ਚਾਹੀਦੀਆਂ। ਇਸ ਤੋਂ ਬਗੈਰ ਤੁਹਾਨੂੰ ਜਿਹੜਾ ਹੈ ਚੈਪਟਰ ਜਿਹੜਾ ਹੈ ਉਹ ਨਹੀਂ ਸਮਝਣਾ। ਹੁਣ ਜਦੋਂ ਅਸੀਂ ਪਾਰਟੀ ਦੀ ਗੱਲ ਕਰਦੇ ਹਾਂ, ਪੋਲੀਟੀਕਲ ਪਾਰਟੀ ਦੇ ਵਿੱਚ ਅਸੀਂ ਮੀਨਿੰਗ ਦੇਖਦੇ ਹਾਂ। ਮੀਨਿੰਗ ਆਫ ਪੋਲੀਟੀਕਲ ਪਾर्टी। ठीक है, ਅਸੀਂ मीनिंग देखना है पॉलिटिकल पार्टी। ठीक है जी, दूसरी गल ਆਪਾਂ ਇਹ ਕਰਨੀ ਹੈ ਇਹਦੇ ਵਿੱਚ ਕਿ ਜਿਹੜੇ ਵੱਖ-ਵੱਖ ਵਿਚਾਰਕ ਹੈ, ਡਿਫਰੈਂਟ ਜਿਹੜੇ ਸਕਾਲਰ ਹੈਗੇ ਆ, ਠੀਕ ਹੈ ਜੀ, ਵਿਊਜ਼ ਔਨ ਪੋਲੀਟੀਕਲ ਪਾਰਟੀ। ਪੀਪੀ ਦਾ ਮਤਲਬ ਹੈ ਪੋਲੀਟੀਕਲ ਪਾਰਟੀ। ਇਹਨਾਂ ਦੇ ਕੀ ਵਿਊਜ਼ ਹੈਗੇ ਆ ਪੋਲੀਟੀਕਲ ਪਾਰਟੀ, ਉਹਦੇ ਉੱਤੇ ਵੀ ਅਸੀਂ ਜਿਹੜੀ ਹੈ ਚਰਚਾ ਕਰਾਂਗੇ। ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਕਿ ਫੰਕਸ਼ਨਸ ਆਫ ਪੋਲੀਟੀਕਲ ਪਾਰਟੀ, फिर फीचर्स भी आ जाएंगे, नेचर भी आ जाएंगे, फीचर्स ऑफ पॉलिटिकल पार्टी। फीचर्स ऑफ पॉलिटिकल पार्टीज भी आ जाएंगे, ਇਹਦੀ ਵਿਸ਼ੇਸ਼ਤਾਵਾਂ ਵੀ ਆ ਜਾਣਗੀਆਂ। ਇਹਦੇ ਬਾਰੇ ਜਨਰਲ ਹੋ ਗਿਆ, ਇਹ ਤਾਂ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ। ਤੁਸੀਂ ਚੀਜ਼ਾਂ ਪਿਛਲੀਆਂ ਕਲਾਸਾਂ ਦੇ ਵਿੱਚ ਵੀ ਪੜ੍ਹੀਆਂ। ਠੀਕ ਹੈ, ਜਾਂ ਲਾਸਟ ਕਲਾਸ ਦੀ ਪੜ੍ਹੀ ਹੈ ਤਾਂ ਤੁਸੀਂ ਜਿਹੜੀ अच्छा। फिर ये जोड़ा है असी तुलनात्मक अध्ययन करना है बाकी देशों के नाल। किहड़े देश जिदा अमेरिका हो गया, एडवांस इंडस्ट्रीयल सोसाइटी दे विच किहड़े-किहड़े देश हैं, या एडवांस इंडस्ट्रीयल सोसाइटी असीं किहनूं कहने हैं। एडवांस इंडस्ट्रीयल सोसाइटी असीं उन्हां देशां नूं कहने हैं जिहड़े कि विकसित ने, जिहड़े कि आत्मनिर्भर ने, जिहड़े कि सैल्फ रिलायंट ने, जिहड़े कि चीज़ा बना के दूजे देशों को भेजते हैं, जिन्हों की GDP जी है वो जोड़े विकसित देश है उन्होंने ज़्यादा है, तो जिन्हों के एक्सपोर्ट्स जोड़े है इंपोर्ट्स नालों ज़्यादा है। ठीक है, यहो जे देशों को असीं एडवांस इंडस्ट्रीयल देश कहने हैं या एडवांस इंडस्ट्रीयल समाज कहने हैं। ये किहड़े-किहड़े देश आ जाते हैं, ये अमेरिका, ठीक है जी, ये अमेरिका, फिर यूरोप दे देश आ जाते,
ठीक है जी। और एशिया के कुछ देश आ जाते ਜਿਹੜੇ ਕਿ ਭਾਰਤ ਨਹੀਂ ਆਊਗਾ ਇਹਦੇ ਵਿੱਚ ਜਾਂ ਪਾਕਿਸਤਾਨ ਨਹੀਂ ਆਊਗਾ ਇਹਦੇ ਵਿੱਚ ਕਿਉਂਕਿ ਉਹ ਵਿਕਸਿਤ ਨਹੀਂ ਹੈ ਉਹ ਵਿਕਾਸਸ਼ੀਲ ਦੇ ਕੈਟੇਗਰੀ ਦੇ ਵਿੱਚ ਸੋ ਉਹਨਾਂ ਦੀ ਜਿਹੜੀ ਇਹਨਾਂ ਦੀ ਜੀਡੀਪੀ ਵੀ ਘੱਟ ਹੈ ਇਸ ਵੇਲੇ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਦੀ ਜੀਡੀਪੀ ਬਹੁਤ ਜਿਹੜਾ ਹੈ ਭਾਰਤ ਦੀ ਜਿਹੜੀ ਅਰਥ ਵਿਵਸਥਾ ਹੈ ਜਾਂ ਆਰਥਿਕ ਸਥਿਤੀ ਹੈ ਬਹੁਤ ਮਾੜੀ ਸੋ ਭਾਰਤ ਦੀ ਕੋਵਿਡ ਕਾਲ ਦੇ ਵਿੱਚ ਜੀਡੀਪੀ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਹੈ ਉਹ ਡਿੱਗ ਚੁੱਕੀ ਹੈ ਜਾਂ ਬਹੁਤ ਜ਼ਿਆਦਾ ਉਹਦੇ ਵਿੱਚ ਜਿਹੜਾ ਹੈ ਨੁਕਸਾਨ ਹੋ ਚੁੱਕਾ ਹੈ ਸੋ अगर ਅਸੀਂ ਅਮਰੀਕਾ ਦੀ ਗੱਲ ਕਰੀਏ ਚਾਈਨਾ ਦੀ ਗੱਲ ਕਰੀਏ ਚਾਈਨਾ ਵੀ ਹਲੇ ਡਿਵੈਲਪਿੰਗ ਹੈ ਲੇਕਿਨ ਚਾਈਨਾ ਦੀ ਜੀਡੀਪੀ ਜਿਹੜੀ ਹੈ ਉਹ ਕਾਫੀ ਠੀਕ ਹੈ ਹੁਣ ਫਿਰ ਅਗਲੀ ਜਿਹੜੀ ਇਹਦੇ ਵਿੱਚ ਜਿਹੜੀ ਮਹੱਤਵਪੂਰਨ ਗੱਲ ਆਉਂਦੀ ਹੈ ਅਗਲੀ ਮਹੱਤਵਪੂਰਨ ਗੱਲ ਆਉਂਦੀ ਹੈ ਕਿ ਪਾਰਟੀ ਸਿਸਟਮ ਕੀ ਹੁੰਦਾ ਦਲੀय ਵਿਵਸਥਾ ਜਿੱਦਾਂ ਫॉर एग्जांपल ਅਗਰ ਅਸੀਂ ਗੱਲ ਕਰੀਏ अगर ਅਸੀਂ ਗੱਲ ਕਰੀਏ ਹੁਣ ਮੈਂ ਇਹ ਆਪ ਕਰ ਦਿੰਦਾ ਕਿ ਬੋਰਡ ਜਿਹੜਾ ਹੈ ਜਾਂ ਮੈਂ ਇੱਧਰ ਇੱਧਰ ਲਿਖ ਸਕਦਾ ਇਹਦੇ ਤੇ ਲਿਖ ਸਕਦਾ ਅੱਛਾ ਅਗਰ ਅਸੀਂ ਗੱਲ ਕਰੀਏ ਪਾਰਟੀ ਸਿਸਟਮ ਦੀ ਹੁਣ ਪਾਰਟੀ ਸਿਸਟਮ ਬੇਸਿਕਲੀ ਜਿਹੜੇ ਹੈ ਤਿੰਨ ਤਰ੍ਹਾਂ ਦੇ ਹੁੰਦੇ ਬੇਸਿਕਲੀ ਤਿੰਨ ਤਰ੍ਹਾਂ ਦੇ ਹੁੰਦੇ ਪਾਰਟੀ एक लोग कहने हैं सिंगल पार्टी सिस्टम ठीक है दूसरे लोग का कहने हैं बाई पार्टी सिस्टम हम सिंगल पार्टी सिस्टम की जी महत्वपूर्ण एग्जांपल है चाइना है अच्छा फिर बाई पार्टी सिस्टम अगर गल करिए मेजर जिसे दो पॉलिटिकल पार्टी होंगे मेजर जिन्हां च सत्ता का परिवर्तन होता है तो आप उन्होंने यूके ते यूएसए की मतलब का है जे मल्टी पार्टी सिस्टम की गल करिए मल्टी पार्टी सिस्टम के विच एक फ्रांस इंडिया ठीक है जी फ्रांस आ गया इंडिया आ गया ठीक है कई देश ने वो जिन्हां में मल्टी पार्टी सिस्टम होता है मल्टी पार्टी सिस्टम होता है जिहदे विच बहुत ज़्यादा जिहड़ियां राजनीतिक गल है जो सत्ता दे संघर्ष करते हैं उस व्यवस्था में असीं मल्टी पार्टी सिस्टम है जिथे सत्ता संघर्ष दो पार्टियां दे विच होवे उहनूं अपां टू पार्टी सिस्टम कह दिंदे हैं बाई पार्टी सिस्टम कह दिंदे हैं जिद्दां जिथे सत्ता दे विच इक्को ही पार्टी दी नॉमिनेशन होवे इक्को ही पार्टी का प्रभुत्व होवे या इक्को ही पार्टी सर्वसत्ता होवे उस सिस्टम नूं असीं जिहड़ा है सिंगल पार्टी सिस्टम जिहड़ा है कहंदे हैं सिंगल पार्टी सिस्टम दी कैटेगरी दे विच जिहड़ा है असीं ठीक है जी हुण आपां पहला जिहड़ा इहदे विच भाग है नूं डिस्कस करांगे पहला भाग है कि मीनिंग ऑफ पॉलिटिकल पार्टी डिस्कस करना राजनीतिक दल होंदा है राजनीतिक दल की होंदा है व्हाट इज ए पॉलिटिकल पार्टी ਆਪਾਂ ਇਹਨੂੰ ਲਿਖਾਂਗੇ ਆਪਾਂ ਇਹਨੂੰ ਲਿਖਾਂਗੇ ऑर्गेनाइज्ड ग्रुप ऑफ पीपल ठीक है दूसरी गल हैविंग कॉमन इंटरेस्ट having common interest ठीक है having common ideology
है जी। एंड लास्ट में क्या होगा, विच कॉन्टेस्ट इलेक्शन एंड स्ट्रगल टू कैप्चर पावर। ठीक है जी। इदां दे ग्रुप नूं असीं पॉलिटिकल पार्टी, इदां दे ग्रुप नूं असीं पॉलिटिकल पार्टी कहंदे हां। मतलब जिहदे विच आ सारे फीचर होण, जिहदे विच ये सारियां विशेषताएं होण, 1 + 2 + 3 + 4 + 5, जिहदे विच 5 विशेषताएं होण, ਇਹੋ ਜਿਹੇ संगठन ਨੂੰ ਜਾਂ ਇਹੋ ਜਿਹੀ ਵਿਵਸਥਾ ਨੂੰ ਜਾਂ ਇਹੋ ਜਿਹੇ ਗਰੁੱਪ ਨੂੰ ਜਾਂ ਇਹੋ ਜਿਹੇ ਸਮੂਹ ਨੂੰ ਅਸੀਂ ਰਾਜਨੀਤਿਕ ਦਲ ਕਹਿੰਦੇ ਹਾਂ। ਠੀਕ ਹੈ ਜੀ, ਅਸੀਂ ਰਾਜਨੀਤਿਕ ਦਲ ਕਹਿੰਦੇ ਹਾਂ। ਪੋਲੀਟੀਕਲ ਪਾਰਟੀ ਦੀ ਜਿਹੜੀ ਹੈ ਡੈਫੀਨੇਸ਼ਨ ਹੋਈ ਸਧਾਰਨ ਸ਼ਬਦਾਂ ਵਿੱਚ। ਠੀਕ ਹੈ ਜੀ, ਇਹ ਪੋਲੀਟੀਕਲ ਪਾਰਟੀ ਦਾ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਹੈ, why we need political party। ਸਾਨੂੰ ਰਾਜਨੀਤਿਕ ਦਲਾਂ ਦੀ ਲੋੜ ਕਿਉਂ ਪੈਂਦੀ ਹੈ? ਮੈਂ ਥੋੜਾ ਜਿਹਾ ਵੱਡੇ ਕਰ ਦਿੰਦਾ, ਸਾਨੂੰ ਰਾਜਨੀਤਿਕ ਦਲਾਂ ਦੀ ਲੋੜ ਕਿਉਂ ਪੈਂਦੀ ਹੈ? why we need political party। ਠੀਕ ਹੈ ਜੀ। पहली गल ਇਹਦੇ ਵਿੱਚ ਹੈਗੀ ਹੈ ਡੈਮੋਕ੍ਰੈਟਿਕ ਪ੍ਰੋਸੈਸ। ਡੈਮੋਕ੍ਰੈਟਿਕ ਪ੍ਰੋਸੈਸ depends upon ਜਦੋਂ ਅਸੀਂ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪੋਲੀਟੀਕਲ ਪਾਰਟਿਸਿਪੇਸ਼ਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਜ਼ ਹੈ ਉਹ ਇੱਕ ਅਹਿਮ ਰੋਲ ਜਿਹੜਾ ਹੈ ਪਲੇ ਕਰਦੀ, ਇੱਕ ਮਹੱਤਵਪੂਰਨ ਰੋਲ ਜਿਹੜਾ ਹੈ ਪਲੇ ਕਰਦੀ। ਕੱਲ ਦੇ ਲੈਕਚਰ ਦੇ ਵਿੱਚ ਅਸੀਂ ਪੋਲੀਟੀਕਲ ਪਾਰਟਿਸਿਪੇਸ਼ਨ ਨੂੰ ਵਧਾਉਣ ਦੀ ਗੱਲ ਕੀਤੀ ਸੀ। ਜਦੋਂ ਉਸ ਨੂੰ ਵਧਾਉਣ ਦੀ ਗੱਲ ਆਉਂਦੀ ਹੈ ਜਾਂ ਹੁੰਦੀ ਹੈ ਪੋਲੀਟੀਕਲ ਪਾਰਟਿਸਿਪੇਸ਼ਨ, ਤਾਂ ਇੱਕ ਰਾਜਨੀਤਿਕ ਵਿਚਾਰਕ ਹੋਇਆ ਪੁਲੰਦਾ। ਠੀਕ ਹੈ ਜੀ। ਹੁਣ ਉਹ ਰਾਜਨੀਤਿਕ ਵਿਚਾਰਕ ਪੁਲੰਦਾ ਜਿਹੜਾ ਸੀਗਾ, ਉਹਨੇ ਇਹ ਕਿਹਾ ਸੀਗਾ, ਅਗਰ ਅਸੀਂ ਡੈਮੋਕ੍ਰੇਸੀ ਦੇ ਵਿੱਚ ਜਾਂ ਡੈਮੋਕ੍ਰੈਟਿਕ ਸਟਰਕਚਰ ਦੇ ਵਿੱਚ ਡੈਮੋਕ੍ਰੇਸੀ ਨੂੰ सक्सेसफुल करना है, तो ਉਹਦੇ ਵਾਸਤੇ ਸਾਨੂੰ पॉलिटिकल पार्टिसिपेशन बढ़ानी होगी। इंक्रीज इन द पॉलिटिकल पार्टिसिपेशन। पॉलिटिकल पार्टिसिपेशन जी है वो सानू जी है ਵਧਾਣੀ ਪਊਗੀ। ठीक है, ਉਹਦੇ ਲਈ पार्टी सिस्टम या पॉलिटिकल पार्टी स्ट्रेंथन करना पਊ, ਉਹਨੂੰ मजबूत करना पਊ, ताकि जी है लोकतंत्री व्यवस्था ਦੇ पार्टी। इस करके डेमोक्रेटिक प्रोसैस जिहड़ा है वो पॉलिटिकल पार्टी, चाहे डेमोक्रेटिक प्रोसैस होवे, चाहे वो किसी देश के विच डिक्टेटरशिप होवे, अगर उहदे विच सानू पॉलिटिकल पार्टी नहीं होणगियां तां वो सिस्टम नहीं चलूगा, वो सिस्टम चलाएगा। ठीक है, ऑर्गेनाइज स्ट्रक्चर चाहिए होंदा है सत्ता नूं चलाउण वास्ते या एडमिनिस्ट्रेशन नूं चलाउण वास्ते। फिर दूसरी गल आ जाएगी टू रन द एडमिनिस्ट्रेशन।
एडमिनिस्ट्रेशन चलाने वास्ते या रन करने वास्ते, ठीक है, जिहड़ा है पार्टी सिस्टम या पार्टी जिहड़ी है वो, ठीक है। ये इस करके व्यवस्था किसी विचारक ने कहा है कि डेमोक्रेसी का जे असी ब्लड वैसल समझते नाड़ियां जिहदा खून हुंदा, ब्लड वैसल विचारकों ने इसमें ब्लड वैसल क्या है, जिहदे थ्रू जिहड़ा है डेमोक्रेटिक प्रोसैस नूं जिहड़ा है खून प्राप्त होंदा, मतलब जिहदे द्वारा डेमोक्रेटिक प्रोसैस नूं चलाया जाता, मतलब कहने का मतलब ये है कि ब्लड जिहड़ा वैसल के रूप दे विच इहदी जिहड़ी है तुलना जिहड़ी है। एक होर गल, हुण जदों असीं किसी भी व्यवस्था विच संस्थावां की गल करिए, संस्थावां की गल करिए, इंस्टीट्यूशंस की गल करिए, इंस्टीट्यूशंस जिहड़ियां हैं दो तरह की, एक नूं आपां कहंदे आ रस्मी फॉर्मल इंस्टीट्यूशन, दूजे नूं आपां कहंदे आ नॉन फॉर्मल। इनू आपां एक होर नाम दिंदे आ कॉन्स्टिट्यूशनल, ते इनू आपां नाम दिंदे आ अन एक्स्ट्रा कॉन्स्टिट्यूशन, एक्स्ट्रा कॉन्स्टिट्यूशन। सो पॉलिटिकल पार्टीज का मेंशन किसी भी संविधान दे विच संस्था दे रूप दे विच नहीं है। सो पॉलिटिकल पार्टी जिहड़ा है एक्स्ट्रा कॉन्स्टिट्यूशनल बॉडी कह लो, एक्स्ट्रा कॉन्स्टिट्यूशनल बॉडी जिहड़ा है क्या करो, ठीक है। हुण आपां जिहड़ा है दो तीन महीने विच गल्लां को डिस्कस कर लईए अपना लेक्चर रन करने तो पहला, क्योंकि ਉਹਦੇ ਵਿੱਚ पहली गल है इन्हीं डेफिनेशंस या अर्थ, डेफिनेशन चैप्टर काफी बड़ा है, सो ये मैं टॉपिक जो है 3 ਤੋਂ 4 लेक्चर ਦੇ ਵਿੱਚ ਇਹਨੂੰ ਖਤਮ ਕਰਾਂਗਾ। ਕਿਹੜੇ ਵਿਚਾਰਕ ਹੈ ਜਿਨ੍ਹਾਂ ਨੇ ਪੋਲੀਟੀਕਲ ਪਾਰਟੀ ਦਾ ਜਿਹੜਾ ਹੈ ਜਾਂ ਪੋਲੀਟੀਕਲ ਪਾਰਟੀ ਬਾਰੇ ਡਿਸਕਸ਼ਨ ਕੀਤੀ ਹੈ। पहला है नाम, पहला है एडम गुरु, ठीक है। दूसरा विचारक है शुभ्रीकर, ठीक है। तीसरा है जो इंपॉर्टेंट विचारक है मैकलाइवर, ठीक है। ये सारे चैप्टर ਇਹਦੇ ਤੋਂ ਹਿਸਾਬ ਲਾਓ ਕਿ ਇਹਦੇ ਵਿੱਚ ਜਿਹੜੇ ਇੰਪੋਰਟੈਂਟ ਵਿਚਾਰਕ ਹੈਗੇ ਆ ਜਿਨ੍ਹਾਂ ਨੇ ਪੋਲੀਟੀਕਲ ਪਾਰਟੀਜ਼ ਉੱਤੇ ਕੰਮ ਕੀਤਾ ਜਾਂ ਪੋਲੀਟੀਕਲ ਪਾਰਟੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਵਿਵਸਥਾ ਹੈ ਪੋਲੀਟੀਕਲ ਪਾਰਟੀਜ਼ ਦੇ ਵਿੱਚ ਉਹਦੇ ਉੱਤੇ ਗੂੜਾ ਅਧਿਐਨ ਕਰਕੇ ਇਹਨਾਂ ਨੇ ਪਾਰਟੀ ਸਿਸਟਮ ਦਾ ਇੱਕ ਸਟਰਕਚਰ ਦਿੱਤਾ, ਉਹ ਸਟਰਕਚਰ ਵੀ ਅਸੀਂ ਜਿਹੜਾ ਹੈ ਡਿਸਕਸ ਕਰਾਂਗੇ, ਠੀਕ ਹੈ। ਇਸ ਤੋਂ ਬਾਅਦ ਹੈਗਾ ਜੀ एक है गिलक्रिस्ट, ठीक है। एक हैगा इस तो बाद गैटल, सॉरी गैटल, ये कुछ प्रमुख जिहड़े है विचारक हैगे है। और जिहड़ा कोई एक और बहुत इंपॉर्टेंट जिहड़ा विचारक है मॉरिस डुमर्जर, ਇਹਦਾ ਅਸੀਂ मॉडल भी करना। फिर एक हैगी है हैना पिटकिन, हैना पिटकिन, ठीक है जी।
फिर ਹੁਣ पहले आप सब नाल पहला मॉडल कन्वर्जन की डेफिनेशन डिस्कस कर, क्योंकि मॉडल कन्वर्जन का ਅਸੀਂ ਜਿਹੜਾ ਪਾਰਟੀ ਵਿਵਸਥਾ ਹੈ ਉਹਦਾ ਅਸੀਂ ਮਾਡਲ ਵੀ ਕਰਨਾ ਹੈ। ਮਾਡਲ ਜਿਹੜਾ ਮॉडल कन्वर्जन ਉਹ ਕੀ ਕਹਿੰਦਾ ਹੈ, ਪੋਲੀਟੀਕਲ ਪਾਰਟੀ ਦਾ ਗਰੁੱਪਸ ਪੋਲੀਟੀਕਲ ਪਾਰਟੀ ਨੂੰ ਕੀ ਮੰਨਦਾ ਹੈ, ਗਰੁੱਪਸ ਮੰਨਦਾ ਹੈ। ਠੀਕ ਹੈ ਜੀ, ਗਰੁੱਪਸ ਮੰਨਦਾ ਹੈ। ਦੂਜੀ ਗੱਲ, ਪੋਲੀਟੀਕਲ ਪਾਰਟੀਜ਼ ਆਰ ਗਰੁੱਪਸ ਆਰਗੇਨਾਈਜ਼ਡ, ਕਿੱਦਾਂ ਦੇ ਗਰੁੱਪਸ ਨੇ ਆਰਗੇਨਾਈਜ਼ਡ। अनऑर्गेनाइज्ड ग्रुप पॉलिटिकल पार्टी की शेप नहीं ला सकता या किसी संगठन की शेप नहीं ला सकता, ऑर्गेनाइज्ड होना। ठीक है, उस तो बाद अगली गल कर रहे हैं फॉर अचीविंग एंड एक्सरसाइजिंग पावर। मॉडल कन्वर्जन की पूरी डेफिनेशन है। वो कहता है कि कहता है कि राजनीतिक दल एहो ਜਿਹੇ संगठित समूह ने जिन्हां दा प्रमुख टारगेट या प्रमुख ਜਿਹੜੀ अचीवमेंट है की करना है, पावर, एक्सरसाइजिंग पावर, मतलब किनु अटेन करना है, पर्पस की है, उद्देश्य की है, सत्ता प्राप्ति। ਜਿਹੜਾ ਆਰਗੇਨਾइज्ड ग्रुप ਜਿਹੜਾ ਹੈ ਸੱਤਾ ਪ੍ਰਾਪਤੀ ਨੂੰ ਅਚੀਵ ਕਰੇਗਾ ਉਹਨੂੰ ਪੋਲੀਟੀਕਲ ਪਾਰਟੀ ਕਿਹਾ ਜਾਂਦਾ ਹੈ। ਇਸ ਕਾਲਡ, ਠੀਕ ਹੈ ਜੀ, ਇਹ ਮੋਡਲ ਦਾ ਠੀਕ ਹੈ। ਇਹਦੇ ਵਿੱਚ ਜਦੋਂ ਮੈਂ ਇੱਕ ਫੀਚਰ ਕਰਾਇਆ ਉਹਦੇ ਵਿੱਚ ਪ੍ਰੋਗਰਾਮ ਵੀ ਆ ਜਾਂਦਾ ਹੈ, ਪ੍ਰੋਗਰਾਮ ਵੀ प्रोग्राम भी ਉਹਦੇ ਵਿੱਚ ਜਿਹੜਾ ਹੈਗਾ ਇੱਕ ਫੀਚਰ ਜਿਹੜਾ ਹੈਗਾ ਉਹ ਆ ਜਾਂਦਾ ਹੈ। ਠੀਕ ਹੈ ਜੀ, ਮੈਨੂੰ ਉਮੀਦ ਹੈ ਕਿ ਮੈਂ ਬਹੁਤ ਸਧਾਰਨ ਤੁਹਾਨੂੰ ਸ਼ਬਦਾਂ ਦੇ ਵਿੱਚ ਜਿਹੜਾ ਹੈ ਇਸ ਲੈਕਚਰ ਨੂੰ ਡਿਲੀਵਰ ਕਰ ਰਹੇ ਹਾਂ ਤੇ ਤੁਹਾਨੂੰ ਇਹ ਗੱਲ ਸਾਰੀ ਸਮਝ ਆਣੀ ਚਾਹੀਦੀ ਹੈ। ਤੁਸੀਂ ਪਹਿਲੇ ਪੜ੍ਹਿਆ ਵੀ ਹੋਇਆ ਪਰ ਇਹ ਦੱਸਣਾ ਜ਼ਰੂਰੀ ਹੈ, ਅਦਰਵਾਈਜ਼ ਤੁਹਾਨੂੰ ਟੌਪਿਕ ਹੁਣ ਇੱਕ ਹੋਰ ਵਿਚਾਰ ਜਿਹੜੀ ਹੈ ਡੈਫੀਨੇਸ਼ਨ ਆਪਾਂ ਲੈ ਲੈਂਦੇ ਹਾਂ एडम ग्रुप। ਹੁਣ ਜਦੋਂ ਵੀ ਤੁਸੀਂ ਕੋਈ ਵੀ ਪਰਿਭਾਸ਼ਾ ਯਾਦ ਕਰਨੀ ਹੈ ਉਹ ਕਿੱਦਾਂ ਤੋੜ ਲੈਣਾ ਹੈ, ਜਿੱਦਾਂ ਇਹ ਪਰਿਭਾਸ਼ਾ ਨੂੰ ਅਗਰ ਅਸੀਂ ਮੈਥਮੈਟਿਕਲੀ ਦੇਖਣਾ ਹੋਵੇ, ਠੀਕ ਹੈ। ਹੁਣ ਇੱਥੇ ਆ ਜਾਊਗਾ ਪਹਿਲੇ ਮੋਰਿਸ ਡਿਵਰਜਨ, ਠੀਕ ਹੈ, ਮੋਰਿਸ ਡਿਵਰਜਨ, ਠੀਕ ਹੈ। ਹੁਣ ਉਹ ਕਹਿੰਦਾ ਜੀ ਇੱਥੇ ਆ ਜਾਊਗਾ ਮੋਰਿਸ ਡਿਵਰਜਨ G1 plus O1 plus P1, ठीक है, इज इक्वल टू क्रिटिकल फॉर्म। ठीक है, ਇਹਦੇ ਵਿੱਚ ਕੀ ਹੈ, पहले आगे ग्रुप्स आ गए, ग्रुप्स की हो गए, G1 हो गया, फिर ऑर्गेनाइज मतलब संगठित हो गया, ਇਹਨੂੰ ਆਪਾਂ ਡੋਨੇਟ ਕਰਤਾ, ਇਹਨੂੰ ਆਪਾਂ ਕੀ ਕਿਹਾ O1 plus P1, P1 इससे पावर हो, तो ठीक है पावर होगी द इक्वल टू हो गया पॉलिटिकल पार्टी। ये मॉडल कन्वर्जन की डेफिनेशन ਨੂੰ ਅਗਰ ਆਪਾਂ याद करना है इस फार्मूले ਨਾਲ ਵੀ ਆਪਾਂ याद कर सकते, ठीक है। ਹੁਣ एडम ग्रुप ਦੀ परिभाषा ਨੂੰ ਅਸੀਂ डिस्कस करना है, तो करेंगे पॉलिटिकल पार्टी की बॉडी। ਹੁਣ एडम ग्रुप ਇਹਨੂੰ बॉडी कह रहे हैं, ठीक है। पहली गल ਅਸੀਂ कह रहे हैं कि पॉलिटिकल पार्टी इज अ बॉडी। दूसरी गल की कर रहे हैं बॉडी कितना जी ऑफ यूनाइटिंग मैन, ऑफ यूनाइटिंग मैन, ਇਹੋ ਜਿਹੀ ਬਾਡੀ ਜਿਹਦੇ ਵਿੱਚ मतलब उन्हें ऑर्गेनाइज स्ट्रक्चर की जगह यूनाइटिंग मैन कर, यूनाइटिंग मैन फॉर प्रमोटिंग
कादे वास्ते यूनाइट हो रहे हैं? फॉर प्रमोटिंग ज्वाइंट वेंचर्स, ज्वाइंट वेंचर कह लो या ज्वाइंट एंडेवर्स। एंडेवर्स ਨੂੰ ਅਸੀਂ ਪੰਜਾਬੀ ਦੇ ਵਿੱਚ ਕਵਾਂਗੇ, ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਰਾਜਨੀਤਿਕ ਦਲ ਲੋਕਾਂ ਦਾ ਸੰਗਠਨ ਹੁੰਦਾ ਹੈ ਜੋ ਮਨਜ਼ੂਰਸ਼ੁਦਾ ਵਿਸ਼ੇਸ਼ ਸਿਧਾਂਤਾਂ ਦੇ ਆਧਾਰ ਤੇ ਆਪਣੀਆਂ ਸਾਂਝੀਆਂ ਕੋਸ਼ਿਸ਼ਾਂ ਦੁਆਰਾ ਰਾਸ਼ਟਰੀ ਹਿੱਤਾਂ ਨੂੰ ਪ੍ਰਾਪਤ ਕਰਦਾ ਹੈ, ਆਪਣੇ ਰਾਸ਼ਟਰੀ ਹਿੱਤਾਂ ਨੂੰ ਪ੍ਰਾਪਤ ਕਰਦਾ ਹੈ। ठीक है जी। तो अगला पॉइंट ये कहता है वो मतलब ये नेशनल इंटरेस्ट ਨੂੰ ਅਚੀਵ ਕਰਨ ਦੀ ਗੱਲ ਕਰ ਰਿਹਾ, ਟੂ ਅਚੀਵ ਨੈਸ਼ਨਲ ਇੰਟਰਸਟ। ਨੈਸ਼ਨਲ ਇੰਟਰਸਟ ਮੈਂ ਤੁਹਾਨੂੰ ਤੁਸੀਂ BA2 ਦੇ ਵਿੱਚ ਇੱਕ ਫੋਰਨ ਪਾਲਿਸੀ ਦਾ ਚੈਪਟਰ ਪੜ੍ਹਿਆ ਹੋਣਾ, ਉਹਦੇ ਵਿੱਚ ਜਿਹੜਾ ਹੈ ਨੈਸ਼ਨਲ ਇੰਟਰਸਟ ਦਾ ਜ਼ਿਕਰ ਆਉਂਦਾ, ਜਾਂ ਉਹਦੇ ਵਿੱਚ ਉਹਨਾਂ ਨੇ ਨੈਸ਼ਨਲ ਇੰਟਰਸਟ ਨੂੰ ਪਰਿਭਾਸ਼ਿਤ ਕੀਤਾ ਹੋਇਆ, ਕਿਸੇ ਵੀ ਦੇਸ਼ ਦੇ ਸੈਲਫ ਇੰਟਰਸਟ ਨੂੰ ਅਸੀਂ ਨੈਸ਼ਨਲ ਇੰਟਰਸਟ ਕਹਿੰਦੇ। ਸੋ ਪੋਲੀਟੀਕਲ ਪਾਰਟੀ ਨੂੰ ਇਹੋ ਜਿਹਾ ਬੋਡੀ ਮੰਨਦਾ ਹੈ, ਇਹੋ ਜਿਹਾ ਸਰੀਰ ਮੰਨਦਾ ਹੈ ਜਿਹਦੇ ਵਿੱਚ ਲੋਕਾਂ ਨੂੰ ਜਾਂ ਵਿਅਕਤੀਆਂ ਨੂੰ ਇਕੱਠੇ ਕੀਤਾ ਜਾਂਦਾ ਹੈ, ਕਾਦੇ ਵਾਸਤੇ? ਫॉर ਅਚੀਵਿੰਗ ਜੁਆਇੰਟ ਵੈਂਚਰਸ। फॉर अचीविंग व्हाट? फॉर अचीविंग जॉइंट वेंचर्स। की अचीव करना सी? नेशनल, मतलब कि जिहड़ी एक पॉलिटिकल पार्टी होगी वो राष्ट्रीय हित नू मद्देनजर रखदा होया काम करूगी और उदी अचीवमेंट नू ही राष्ट्रीय उदी ओनू अचीव करना ही उदा बेसिक उद्देश्य होगा। सो इदा असीं इहदी परिभाषा जिहड़ा है एडम ग्रुप की परिभाषा नू जिहड़ा है वो असीं परिभाषित जिहड़ा है। ठीक है जी। हुण एक होर आपां डेफिनेशन लै लैंदे हैं शूम्पेटर। ठीक है जी। शूम्पेटर की एक होर जिहड़ी है शूम्पेटर का नाम है लिखा हुआ तो शूम्पेटर की कहते हैं पॉलिटिकल पार्टी के ग्रुप ए नु समूह बन रहे हैं। ग्रुप पीपी इज ए ग्रुप, पॉलिटिकल पार्टी इज ए ग्रुप whose members purpose to तीसरी गलती क्या है? टू कंसर्ट in competitive struggle for power। ठीक है जी। competitive struggle for power तीन गल्लां कह रहे हैं अपनी ने वो की कह रहे हैं कि राजनीतिक दल ਨੂੰ ਸਮੂਹ ਬਣ ਰਹੇ ਜਿਹਦੇ ਵਿੱਚ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਦਾ ਉਦੇਸ਼ ਕੀ ਹੈ ਕਿ ਜਿਹੜਾ ਸੱਤਾ ਲਈ ਸੰਘਰਸ਼ ਚੱਲਦਾ ਪਿਆ ਹੈ ਉਹਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰੋ, ਉਹਦੇ ਵਿੱਚ ਆਪਣੇ ਆਪ ਦੀ ਸ਼ਮੂਲੀਅਤ ਕਰਵਾਉਣਾ ਜਾਂ ਕਰਨਾ। ਜਿਹੜਾ ਸਮੂਹ ਇਹ ਸਭ ਕੁਝ ਕਰਦਾ ਹੈ ਉਹਨੂੰ ਅਸੀਂ ਜਿਹੜਾ ਹੈ ਰਾਜਨੀਤਿਕ ਦਲ ਕਹਿੰਦੇ राजनीतिक दल के। उस तो बाद एक और विचारक है मकाईवर।
ਹੁਣ ਮਕਾਈਵਰ ਕੀ ਕਹਿੰਦਾ ਹੈ? ਮਕਾਈਵਰ ਕਹਿੰਦਾ ਹੈ ਪੋਲੀਟੀਕਲ ਪਾਰਟੀ ਨੂੰ ਐਸੋਸੀਏਸ਼ਨ ਮੰਨਣਾ ਹੈ। ठीक है, एक एक विचारक ग्रुप कह रहे हैं, एक विचारक जिहड़ा हैगा जिहड़ा एक विचारक ग्रुप कह रहे हैं, एक विचारक एसोसिएशन कह रहे हैं, एक विचारक बॉडी कह रहे हैं और एक विचारक जिहड़ा हैगा बॉडी कह रहे हैं जी। विचारक जिहड़ा है ग्रुप कह रहे हैं और एक जिहड़ा एसोसिएशन कह रहे हैं। ते मॉरिस यूनिवर्सल ने क्या किया, उन्हें भी ग्रुप ही किया। दो जिहड़े विचारक हैगे और राजनीतिक दल ਨੂੰ ਸਮੂਹ ਮੰਨਦੇ ਆ, एक विचारक एसोसिएशन मान रहा है, एक विचारक जिहड़ा है वो बॉडी मान रहा है और ठीक है जी ये हुण एसोसिएशन मान रहा है। एसोसिएशन ऑर्गेनाइज in support of common मतलब एहो जी संस्था या एहो जी एसोसिएशन जिसका संगठन जिसनों कॉमन जिहड़े सांझे सिद्धांत होंदे है ਉਹਦਾ समर्थन करती है। ठीक है जी। उस तो बाद बात कर रहे हैं और पॉलिसी बाय विच कॉन्स्टिट्यूशनल नीड्स एंड लेवल्स टू मेक अ डिटरमिनेंट इकोनॉमी। ਇਹਦਾ उद्देश्य भी है, ऑब्जेक्टिव भी है, फॉर्म इकोनॉमी सो ਇਹਦਾ उद्देश्य है कि सरकार का जिहड़ा है सो जिहड़ा मैकाइवर है एहो जिहा संस्था या एसोसिएशन बन रहा है जिहड़ी कि ऑर्गेनाइज इन सपोर्ट ऑफ कॉमन प्रिंसिपल ऑब्जेक्टिव टू फॉर्म है। ठीक है, आज का मैं लैक्चर जिहड़ा है इत्थे ही विराम देना या समाप्त करदा। कल इत्थों ही अगे जिहड़ा अपना लैक्चर इत्थों चक्कांगे और इसके कल ਆਪਾਂ फंक्शन वगैरह सारे करके कल दे लैक्चर डिस्कस करके उस तो बाद ਅਸੀਂ ਇੱਕ ਰਾਈਟਿਸਟ ਇਲਾਕੇ ਪੋਲੀਟੀਕਲ ਪਾਰਟੀ के लिए उसकी गल करेंगे, फिर पार्टी सिस्टम की गल करेंगे थोड़ी और पार्टी सिस्टम उत्ते मैं पूरा जिहड़ा लैक्चर ਤੁਹਾਨੂੰ ਜਿਹੜਾ ਹੈ ਦਵਾਂਗਾ। ਇਹਦੇ ਤੇ ਆਪਾਂ ਮਾਡਲਸ ਵੀ ਜਿਹੜੇ ਹੈ ਅਲੱਗ-ਅਲੱਗ ਕਰਨੇ ਜਿਹੜੇ ਵਿਚਾਰਕਾਂ ਦੇ ਅਸੀਂ ਵਿਚਾਰ ਸਾਂਝੇ ਕੀਤੇ ਤੁਹਾਡੇ ਨਾਲ ਮੈਂ ਸਾਂਝੇ ਕੀਤੇ। ਉਹਨਾਂ ਨੇ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਮਾਡਲ ਹੈ ਮੌਰਿਸ यूनिवर्सल हैना पिटकिन ਇਹ ਸਾਰੇ ਜਿਹੜੇ ਵਿਚਾਰਕ ਹੈ ਇਹਨਾਂ ਦੇ ਮਾਡਲ डिस्कस जे ये परसों वाले लेक्चर ਦੇ ਵਿੱਚ ਹੋ ਜਾਏਗਾ ਕਿਉਂਕਿ ਕਾਫੀ ਜਿਹੜਾ ਹੈਗਾ ਲੈਂਥੀ ਜਿਹੜਾ ਹੈਗਾ ਟੌਪਿਕ ਹੈਗਾ। ਅਗਰ ਆਪਾਂ ਇੱਕ ਇੱਕ ਲੈਕਚਰ ਵੀ ਇਹਦੇ ਉੱਤੇ ਲਗਾਈਏ ਤਦ ਜਾ ਕੇ ਜਿਹੜਾ ਹੈਗਾ ਸਾਡਾ ਇਹ ਪੂਰਾ ਟੌਪਿਕ। ਔਰ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਇਹਨੂੰ 4 ਲੈਕਚਰਾਂ ਜਾਂ 5 ਲੈਕਚਰਾਂ 'ਚ ਖਤਮ ਕਰਾਂ, ਮਤਲਬ ਇਸ ਹਫਤੇ ਦੇ ਅੰਦਰ ਅੰਦਰ ਇਹਨੂੰ ਖਤਮ ਕਰਾਂ। ਔਰ ਇਹ ਜਿਹੜਾ ਯੂਨਿਟ ਹੈ ਉਹ ਅਗਲੇ ਹਫਤੇ ਦੇ ਸ਼ੁਰੂ ਦੇ ਵਿੱਚ ਖਤਮ ਹੋ ਜਾਣਾ ਚਾਹੀਦਾ, 4th ਯੂਨਿਟ। ठीक है, बाकी ਜਿਹੜੇ ਚੈਪਟਰ ਹੈ ਉਹਨਾਂ ਦੇ ਇੱਕ ਦੋ ਲੈਕਚਰ ਦੇ ਵਿੱਚ ਮੈਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ। ਉਸ ਤੋਂ ਬਾਅਦ ਤੀਸਰਾ ਤੇ ਚੌਥਾ ਜਿਹੜਾ ਯੂਨਿਟ ਹੈ अपना सिलेबस काफ़ी है और पेपर भी ਜਿਹੜੇ ਹੈ ਤੁਹਾਡੇ ਜੂਨ ਦਾ ਵੀ ਲੱਗ ਗਿਆ। पेपर भी ਤੁਹਾਡੇ ਜਿਹੜੇ ਹੈ ਜੁਲਾਈ ਦੇ ਵਿੱਚ ਜਿਹੜੇ ਹੈ ਹੋਣੇ ਆ। ਤੁਸੀਂ ਉਸ ਤੋਂ ਪਹਿਲਾਂ ਮੈਂ 20 ਤਰੀਕ ਤੋਂ ਪਹਿਲਾਂ ਤੁਹਾਡਾ ਸਿਲੇਬਸ ਜਿਹੜਾ ਹੈ So thank you for attending my lecture। So इस lecture ਨੂੰ ਬਹੁਤ ਧਿਆਨ ਨਾਲ ਜਿਹੜਾ ਹੈਗਾ